ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਅੱਜ ਬੜਾ ਮਹੱਤਵਪੂਰਨ ਦਿਨ ਹੈ। ਹੋ ਸਕਦਾ ਸ਼ਾਇਦ ਪੰਜਾਬੀਆਂ ਨੂੰ ਬਹੁਤਿਆਂ ਨੂੰ ਇਹ ਨਾ ਵੀ ਪਤਾ ਹੋਵੇ ਕਿ ਸੰਸਾਰ ਭਰ ਦੇ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਉਸ ਦੇ ਪ੍ਰਥਾਏ ਸਾਰੀ ਗੱਲ ਕਰਾਂਗੇ। ਇਸ ਗੱਲ ਨੂੰ ਸ਼ੁਰੂ ਕਰਨ ਦੇ ਲਈ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ਿੰਦਰਪਾਲ ਸਿੰਘ ਜੀ ਮਾਹਲ, ਡਾਕਟਰ ਬਲਦੇਵ ਸਿੰਘ ਜੀ ਕੰਦੋਲਾ ਹਾਜ਼ਰ ਨੇ। ਉਹਨਾਂ ਦੇ ਕੋਲੋਂ ਅੱਜ ਦੇ ਦਿਨ ਦੀ ਸਾਰੀ ਇਹ ਗੱਲਬਾਤ ਸ਼ੁਰੂ ਕਰਾਂਗੇ। ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਵੱਲ ਮੈਂ ਆਵਾਂ ਸ਼ਿੰਦਰਪਾਲ ਜੀ ਕਿ ਜੇ ਇਸ ਸਾਰੀ ਗੱਲ ਨੂੰ ਜਾਣੀਏ, ਇਸ ਦਾ ਇਤਿਹਾਸ ਕੀ ਹੈ। ਇਹ ਮਾਂ ਬੋਲੀ ਦੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਹਰ ਸਾਲ ਮਨਾ ਰਹੇ ਹਾਂ, ਤੇ ਇਸ ਦੀ ਸਾਰੀ ਜਿਹੜੀ ਗੱਲ ਹੈਗੀ ਆ ਵਿਗਿਆਨਕ ਸੱਭਿਆਚਾਰ, ਇਹ ਕੀ ਸਾਰੀ ਗੱਲਬਾਤ ਅਸੀਂ ਕਰਨੀ ਚਾਹੁੰਦੇ ਹਾਂ, ਇਹ ਲੋਕਾਂ ਤਾਈਂ ਕਿਸ ਤਰੀਕੇ ਦੇ ਨਾਲ ਅਸੀਂ ਪਹੁੰਚਾਵਾਂਗੇ। ਸ਼ਿੰਦਰਪਾਲ ਜੀ, ਇਹਦਾ ਇਤਿਹਾਸ ਸਾਨੂੰ ਦੱਸੋ ਜਰਾ ਵੀ ਇਸ ਦਿਨ ਦਾ ਇਤਿਹਾਸ ਹੈ ਕੀ। ਸ਼ਿੰਦਰ ਜੀ। ਬਹੁਤ ਜ਼ਰੂਰੀ ਸਵਾਲ ਹੈ ਤੁਹਾਡਾ ਮਰਵਾ ਜੀ ਕਿ ਜਦੋਂ ਅਸੀਂ ਇਸ ਵੇਲੇ ਦੁਨੀਆ ਦੀਆਂ ਸਾਰੀਆਂ ਜੋ ਕੌਮਾਂ ਨੇ ਜਿਹੜੀਆਂ ਆਪਣੀ ਬੋਲੀ ਨੂੰ ਪਿਆਰ ਕਰਦੀਆਂ ਨੇ, ਉਹਨਾਂ ਵੱਲ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ। ਪਰ ਅਫਸੋਸ ਨਾਲ ਕਈ ਵਾਰੀ ਕਹਿਣਾ ਪੈਂਦਾ, ਇਹ ਅਫਸੋਸ ਮੇਰਾ ਇਕੱਲੇ ਦਾ ਨਹੀਂ, ਇਹ ਸ਼ਾਇਦ ਪੰਜਾਬੀ ਆਤਮਾ ਦਾ ਅਫਸੋਸ ਵੀ ਹੈ ਕਿ ਜੋ ਇਸ ਦਾ ਜੋ ਇਤਿਹਾਸ ਹੈ ਸਾਡੀ ਪੰਜਾਬੀ ਦਾ, ਇਸ ਦਿਨ ਦਾ ਜਿਹੜਾ ਇਤਿਹਾਸ ਹੈ ਉਹ ਸਾਂਝਾ ਕਰਨਾ ਬੜਾ ਜ਼ਰੂਰੀ ਹੈ। ਔਰ ਬਹੁਤ ਸਾਰੇ ਪੰਜਾਬੀ ਜਿਹੜੇ ਇਸ ਤੋਂ ਵਾਂਝੇ ਹਨ। ਗੱਲ ਅਸੀਂ ਕਰਦੇ ਹਾਂ 1947 ਦੀ। 47 ਤੋਂ ਬਾਅਦ ਜਦੋਂ ਪਾਕਿਸਤਾਨ ਦੀ ਵੰਡ ਹੋਈ, ਭਾਰਤ ਤੇ ਪਾਕਿਸਤਾਨ ਦੀ, ਤੇ ਦੂਜੇ ਪਾਸੇ ਦੇਖਦੇ ਹਾਂ ਕਿ ਚੜ੍ਹਦੇ ਪਾਸੇ ਜੋ ਬੰਗਾਲ ਸੀ, ਬਹੁਤ ਵੱਡਾ ਸੂਬਾ ਸੀ, ਉਹਦੀ ਵੀ ਵੰਡ ਹੋਈ। ਬਹੁਤ ਸਾਰੇ ਪੰਜਾਬੀਆਂ ਨੂੰ ਇੰਨਾ ਪਤਾ ਕਿ ਦੋ ਪੰਜਾਬ ਵੰਡੇ ਗਏ, ਪਰ ਨਹੀਂ, ਦੋ ਬੰਗਾਲ ਵੀ ਵੰਡੇ ਗਏ ਸੀ। ਸੋ ਗੱਲ ਕਰਦੇ 1948 ਦੀ। 1948 ਦੇ ਵਿੱਚ ਕਰਾਚੀ ਤੋਂ ਜਿਹੜੇ ਉਸ ਵੇਲੇ ਦੇ ਜਿਹੜੇ ਆਗੂ ਸਨ, ਪਾਕਿਸਤਾਨ ਦੇ ਮਹਾਨ ਨੇਤਾ ਸਨ, ਜਿਨਾਹ ਜੀ, ਉਹਨਾਂ ਨੇ ਐਲਾਨ ਕੀਤਾ ਕਿ ਜੇ ਪਾਕਿਸਤਾਨ ਦੀ ਜਿਹੜੀ ਭਾਸ਼ਾ ਹੋਵੇਗੀ ਜਾਂ ਰਾਜ ਭਾਸ਼ਾ ਹੋਵੇਗੀ, ਉਹ ਸਿਰਫ ਤਾਂ ਸਿਰਫ ਉਰਦੂ ਹੋਵੇਗੀ। ਔਰ ਪਰ ਇੱਕ ਸਿਤਮ ਦੀ ਗੱਲ, ਸਦਮੇ ਦੀ ਗੱਲ, ਇਹ ਜਿਹੜਾ ਉਹਨਾਂ ਨੇ ਐਲਾਨ ਕੀਤਾ ਉਹ ਅੰਗਰੇਜ਼ੀ ਵਿੱਚ ਕੀਤਾ। ਸ਼ਾਇਦ ਉਹਨਾਂ ਨੂੰ ਉਰਦੂ ਬੋਲਣਾ ਵੀ ਨਹੀਂ ਆਉਂਦਾ ਸੀ। ਪਰ ਅਸੀਂ ਇਸ ਦਾ ਦੂਜਾ ਪੱਖ ਦੇਖਦੇ ਹਾਂ, ਜਦੋਂ ਫਿਰ ਪੂਰਬੀ ਪਾਕਿਸਤਾਨ ਦੇ ਵਿੱਚ, ਤੁਹਾਨੂੰ ਨਕਸ਼ਾ ਵੀ ਦਿਖਾਉਂਦੇ ਆ, ਪੂਰਬੀ ਪਾਕਿਸਤਾਨ ਦੇ ਵਿੱਚ ਜਦੋਂ ਇਹ ਪਤਾ ਲੱਗਿਆ ਕਿ ਇਹ ਜੋ ਉਹਨਾਂ ਦੇ ਲੀਡਰ ਹਨ ਲਹਿੰਦੇ ਪੰਜਾਬ ਪਾਕਿਸਤਾਨ ਵਾਲੇ, ਉਹਨਾਂ ਨੇ ਕੀ ਕਰਨਾ ਚਾਹਿਆ ਹੈ, ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਜਹਾਦ ਛੇੜ ਦਿੱਤਾ। ਜੇ ਉਹਨਾਂ ਦੀ ਭਾਸ਼ਾ ਵਿੱਚ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਉਰਦੂ ਭਾਸ਼ਾ ਦੀ ਗੱਲ ਕਰਦੇ, ਇੱਕ ਬਹੁਤ ਵੱਡਾ ਸੰਗਰਾਮ, ਬਹੁਤ ਵੱਡਾ ਸੰਘਰਸ਼ ਵਿੱਢਿਆ 1948 ਦੇ ਵਿੱਚ। ਬਹੁਤ ਵੱਡੇ ਪੱਧਰ ਦੇ ਉੱਤੇ ਜੇ ਕਹਿ ਦਈਏ ਪੂਰਬੀ ਪਾਕਿਸਤਾਨ ਦੇ ਵਿੱਚ ਮੁਜ਼ਾਹਰੇ ਹੋਏ, ਹੜਤਾਲਾਂ ਹੋਈਆਂ, ਡੈਮੋਨਸਟ੍ਰੇਸ਼ਨਸ ਹੋਈਆਂ, ਜਿਨ੍ਹਾਂ ਦੇ ਵਿੱਚ ਨੌਜਵਾਨ ਵਰਗ ਔਰ ਔਰਤਾਂ ਨੇ ਬਹੁਤ ਵੱਧ ਚੜ ਕੇ ਉਹਨਾਂ ਨੇ ਹਿੱਸਾ ਪਾਇਆ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਐਡਾ ਵੱਡਾ ਸੰਗਰਾਮ ਜਦੋਂ ਵਿੱਢਿਆ ਗਿਆ, ਤੇ ਉਧਰੋਂ ਪਾਕਿਸਤਾਨ ਨੇ ਇਸ ਸੰਗਰਾਮ ਨੂੰ ਜ਼ਬਰਦਸਤੀ ਦਬਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਬਹੁਤ ਲਾਠੀ ਚਾਰਜ, ਗੋਲੀਆਂ, ਅਥਰੂ ਗੈਸ ਇਹ ਛੱਡਣ ਦਾ ਯਤਨ ਕੀਤਾ ਗਿਆ ਕਿ ਇਹਨਾਂ ਲੋਕਾਂ ਨੂੰ ਦਬਾਇਆ ਜਾਵੇ। ਪਰ ਸਿਤਮ ਜ਼ਰੀਫੀ ਔਰ ਇਹ ਮਹਾਨਤਾ ਇਸ ਗੱਲ ਦੀ ਕਿ ਉਹਨਾਂ ਆਗੂਆਂ ਨੇ ਝੁਕਣ ਦੀ ਬਜਾਏ ਇਸ ਨੂੰ ਹੋਰ ਪ੍ਰਚੰਡ ਕੀਤਾ। ਗੱਲ ਕਰਦੇ ਹਾਂ 1952 ਦੀ। 4 ਸਾਲ ਜਦੋਂ ਇਹ ਐਡਾ ਵੱਡਾ ਸੰਗਰਾਮ ਚੱਲਿਆ, ਤਾਂ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਅਤੇ ਢਾਕਾ ਮੈਡੀਕਲ ਕਾਲਜ ਦੇ ਬਾਹਰ ਜਿਹਦਾ ਬਹੁਤ ਵੱਡਾ ਇੱਕ ਵਿਸ਼ਾਲ ਮੁਜ਼ਾਹਰਾ ਹੋ ਰਿਹਾ ਸੀ, ਉਹਦੇ ਵਿੱਚ ਪੁਲਿਸ ਨੇ ਜਾਂ ਫੌਜ ਨੇ ਗੋਲੀ ਚਲਾਈ, ਤੇ ਜਿਹਦੇ ਵਿੱਚ 3 ਬੰਗਾਲੀ ਜਿਹੜੇ ਸੀ ਉਹ ਸ਼ਹੀਦ ਹੋ ਗਏ। ਸ਼ਹੀਦ ਦਾ ਮਤਲਬ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ, ਬੰਗਾਲੀਆਂ ਨੇ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਭਾਸ਼ਾ ਦੇ ਸ਼ਹੀਦ ਕਿਹਾ। ਉਹਨਾਂ 5 ਨੂੰ ਉਹਨਾਂ ਨੇ ਬੁੱਤ ਬਣਾ ਕੇ, ਹੁਣ ਵੀ ਜੇ ਦੇਖਦੇ ਹਾਂ ਅਸੀਂ ਬੰਗਾਲ ਦੇ ਵਿੱਚ ਜਾ ਕੇ, ਮਾਫ ਕਰਨਾ, ਜਿਹੜਾ ਬੰਗਲਾਦੇਸ਼ ਹੈ ਉਹਦੇ ਵਿੱਚ ਆ ਕੇ ਉਹਨਾਂ ਦੇ ਬੁੱਤ ਲਾਏ ਨੇ, ਉਹਨਾਂ ਨੂੰ ਸਲਾਮ ਕਰਦੇ ਨੇ। ਸੋ ਇਹ ਐਡਾ ਵੱਡਾ ਜਿਹੜਾ ਇਤਿਹਾਸਿਕ ਦਿਨ ਹੈ 21 ਫਰਵਰੀ ਦਾ, ਇਹ ਅਸੀਂ ਬੰਗਲਾਦੇਸ਼ ਤੋਂ ਜਾਣ ਸਕਦੇ ਹਾਂ। ਫਿਰ ਉਹਨਾਂ ਨੇ ਇੱਥੇ ਹੀ ਬਸ ਨਹੀਂ ਕੀਤੀ। ਇਹ ਜਿਹੜਾ ਸੰਗਰਾਮ ਸੀ ਇਹ ਹੌਲੀ ਹੌਲੀ ਉਹਨਾਂ ਨੂੰ 1971 ਦੀ ਆਜ਼ਾਦੀ ਤੱਕ ਲੈ ਕੇ ਗਿਆ, ਕਿਉਂਕਿ ਸ਼ੇਖ ਮੁਜੀਬੁਰ ਰਹਿਮਾਨ ਜਿਹੜੇ ਕਿ ਉਸ ਵੇਲੇ ਨੌਜਵਾਨ ਵਿਦਿਆਰਥੀ ਸਨ, ਉਹ ਵੀ ਇਸ ਸੰਗਰਾਮ ਦਾ, ਇਸ ਘੋਲ ਦਾ ਹਿੱਸਾ ਸਨ। ਉਹਨਾਂ ਨੇ ਵੀ ਇਸ ਘੋਲ ਦੇ ਵਿੱਚ ਬਹੁਤ ਜ਼ੋਰ ਪਾਇਆ, ਤੇ ਅਖੀਰ ਦੇ ਵਿੱਚ ਇਹਨਾਂ 5 ਨੌਜਵਾਨਾਂ ਦੀ ਜਿਹੜੀ ਸ਼ਹੀਦੀ ਆ ਜੇ ਕਹਿ ਦਈਏ ਅਸੀਂ, ਉਹ ਬੰਗਲਾਦੇਸ਼ ਦੀਆਂ ਨੀਹਾਂ ਬਣੀਆਂ। ਔਰ ਉਸ ਤੋਂ ਬਾਅਦ ਇਹਨਾਂ ਬੰਗਾਲ ਦੇ ਲੋਕਾਂ ਨੇ
ਯੂਨੈਸਕੋ ਤੱਕ ਅਪਰੋਚ ਕੀਤੀ ਤੇ ਇਹ ਜਿਹੜਾ ਦਿਨ ਹੈ ਸਾਡੀ ਭਾਸ਼ਾ ਵਾਸਤੇ ਬੜਾ ਮਹਾਨ ਦਿਨ ਹੈ, ਇਹਦੇ ਵਾਸਤੇ ਕੁਝ ਕੀਤਾ ਜਾਣਾ ਚਾਹੀਦਾ। ਉਹਨਾਂ ਤੋਂ ਬਾਅਦ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਯੂਨੈਸਕੋ ਦੀ 30ਵੀਂ ਕਾਨਫਰੰਸ ਹੁੰਦੀ ਆ, ਉਹਨਾਂ ਨੇ 17 ਨਵੰਬਰ 1999 ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ, ਜਿਸ ਨੂੰ ਅਸੀਂ ਆਪਣੀ ਪੰਜਾਬੀ ਦੇ ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਜਾਂ ਮਾਂ ਬੋਲੀ ਦਿਨ ਵੀ ਕਹਿੰਦੇ ਆ, ਮਾਂ ਬੋਲੀ ਦਿਹਾੜਾ ਵੀ ਕਹਿੰਦੇ ਆ, ਕਈ ਨਾਮ ਅਸੀਂ ਰੱਖੇ ਜਾ ਸਕਦੇ ਆ। ਤੋਂ ਪਹਿਲੀ ਵਾਰ ਜੇ ਕਹਿ ਦਈਏ ਦੁਨੀਆ ਦੇ ਵਿੱਚ 21 ਫਰਵਰੀ 2000 ਨੂੰ ਇਹ ਜਿਹੜਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਜਾਂ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਇਹ ਹੈ ਇਤਿਹਾਸ ਇਸ ਦਿਨ ਦਾ, ਪਰ ਅਫਸੋਸ ਸਾਡੇ ਪੰਜਾਬੀਆਂ ਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ। ਸੋ ਸਾਡਾ ਫਰਜ਼ ਬਣਦਾ ਸੀ ਕਿ ਇਹਦੇ ਇਤਿਹਾਸ ਵਾਸਤੇ ਬਾਰੇ ਵੀ ਅਸੀਂ ਤੁਹਾਨੂੰ ਜਾਣੂ ਕਰਾਈਏ। ਜੀ ਮਾਰਵਾ ਜੀ, ਬਹੁਤ ਬਹੁਤ ਧੰਨਵਾਦ, ਜਿਹੜੀ ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਇਹਦਾ ਸਾਰਾ ਸਾਨੂੰ ਦੱਸਿਆ। ਮੈਂ ਬਲਦੇਵ ਜੀ ਵੱਲ ਜਾਵਾਂਗਾ। ਬਲਦੇਵ ਜੀ, ਤੁਸੀਂ ਇੱਕ ਵਿਗਿਆਨਕ ਤੌਰ ਦੇ ਉੱਤੇ ਬੜਾ ਕੰਮ ਕਰ ਰਹੇ ਹੋ, ਕਿਤਾਬਾਂ ਵੀ ਲਿਖੀਆਂ ਹੈਗੀਆਂ। ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਸਾਡੀ ਵਿਗਿਆਨਕ ਤੌਰ ਤੇ ਇਹਦਾ ਬੜਾ ਇੱਕ ਘਾਟ ਜਿਹੀ ਮਹਿਸੂਸ ਹੋ ਰਹੀ ਹੈ, ਤੇ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜਾ ਵਿਗਿਆਨ ਸੱਭਿਆਚਾਰ ਹੈ ਕੀ, ਤੇ ਇਹਦੇ ਤੇ ਕੀ ਕੰਮ ਹੋਣਾ ਚਾਹੀਦਾ? ਤੁਸੀਂ ਕੀ ਮਹਿਸੂਸ ਕਰਦੇ ਹੋ ਬਲਦੇਵ ਜੀ? ਬਿਲਕੁਲ ਸਦੂਲ ਜੀ, ਚੰਦਰਮਾਲ ਜੀ ਨੇ ਬਹੁਤ ਸੋਹਣਾ ਇਤਿਹਾਸ ਸੰਖੇਪ ਤੌਰ ਤੇ ਦੱਸਿਆ ਹੈਗਾ ਕਿ ਬਈ ਇਹ ਜਿਹੜਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹੈ ਇਹ ਕਿਉਂ ਮਨਾਇਆ ਜਾਂਦਾ, ਇਹਦੇ ਕਾਰਨ ਕੀ ਹੈਗੇ ਆ। ਲੇਕਿਨ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਦੇਖੋਗੇ ਕਿ ਇਹ ਜਿਹੜਾ ਮਾਤ ਭਾਸ਼ਾ ਦਿਵਸ ਹੈਗਾ ਇਹ ਸਿਰਫ ਉਹਨਾਂ ਭਾਸ਼ਾਵਾਂ ਦੇ ਲੋਕ ਹੀ ਮਨਾਉਂਦੇ ਆ ਜਿਨ੍ਹਾਂ ਦੀਆਂ ਭਾਸ਼ਾਵਾਂ ਪਛੜੀਆਂ ਹੋਈਆਂ ਜਾਂ ਉਹ ਮਹਿਸੂਸ ਕਰਦੇ ਆ ਕਿ ਸਾਡੀ ਭਾਸ਼ਾ ਪਛੜੀ ਹੋਈ ਹੈ। ਜਿੰਨੀਆਂ ਵੀ ਭਾਸ਼ਾਵਾਂ ਆਧੁਨਿਕ ਵਿਗਿਆਨ ਅਤੇ ਤਕਨੀਕ ਦੀਆਂ ਭਾਸ਼ਾ ਹੈਗੀਆਂ ਉਹ ਇਹਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੇ ਹੈਗੇ, ਕਿਉਂਕਿ ਉਹਨਾਂ ਦੀਆਂ ਭਾਸ਼ਾਵਾਂ ਜਿਹੜੀਆਂ ਬਿਲਕੁਲ ਸੁਰੱਖਿਅਤ ਹੈਗੀਆਂ, ਕਿਉਂਕਿ ਉਹ ਜ਼ਮਾਨੇ ਦੇ ਨਾਲ ਚੱਲ ਰਹੀਆਂ ਹੈਗੀਆਂ। ਜਿਸ ਤਰ੍ਹਾਂ ਪੰਜਾਬੀ ਭਾਸ਼ਾ ਹੈਗੀ ਆ, ਤੁਹਾਨੂੰ ਪਤਾ ਕਿ ਇਹਦੇ ਵਿੱਚ ਕੋਈ ਖਾਸ ਵਿਗਿਆਨਿਕ ਪੱਧਰ ਤੇ ਕੰਮ ਨਹੀਂ ਹੋਇਆ ਹੈਗਾ, ਔਰ ਪਿਛਲੇ 75 ਸਾਲਾਂ ਦੇ ਵਿੱਚ, ਆਜ਼ਾਦੀ ਦੇ 75 ਸਾਲਾਂ ਵਿੱਚ ਵੀ ਪੰਜਾਬੀ ਇਸ ਪਾਸੇ ਵੱਲੋਂ ਬਿਲਕੁਲ ਹੀ ਕੀ ਕਹਿੰਦੇ ਵੱਧ ਨਹੀਂ ਸਕੇ ਹੈਗੇ। ਤੇ ਇਸੇ ਕਰਕੇ ਉਹੀ ਭਾਸ਼ਾ ਅੰਤਰਰਾਸ਼ਟਰੀ ਪੱਧਰ ਤੇ ਧੜੱਲੇ ਦੀ ਭਾਸ਼ਾ ਮੰਨੀ ਜਾਂਦੀ ਆ ਜੋ ਕਿ ਜ਼ਮਾਨੇ ਦੇ ਨਾਲ ਨਾਲ ਚੱਲੇ। ਤੇ ਅਸੀਂ ਪੰਜਾਬੀ ਲੋਕ ਜਿਹੜੇ ਹੈਗੇ ਆ, ਜਦੋਂ ਇਹ ਮਾਤ ਭਾਸ਼ਾ ਦਿਵਸ ਮਨਾਉਂਦੇ ਆ ਤੇ ਇੱਥੋਂ ਤੱਕ ਹੀ ਗੱਲ ਰਹਿ ਜਾਂਦੀ ਆ ਜੀ ਮੈਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਪਿਆਰ ਬਹੁਤ ਹੈਗਾ, ਅਸੀਂ ਕਵਿਤਾਵਾਂ ਲਿਖ ਲੈਂਦੇ ਆ। ਲੇਕਿਨ ਹਕੀਕਤ ਜਿਹੜੀ ਆ ਉਹ ਇਹ ਹੈਗੀ ਆ ਕਿ ਕੀ ਅਸੀਂ ਪੰਜਾਬੀ ਭਾਸ਼ਾ ਨੂੰ ਅੱਜ ਕੱਲ੍ਹ ਦੀ ਵਿਗਿਆਨ ਅਤੇ ਤਕਨੀਕ ਦੀ ਭਾਸ਼ਾ ਬਣਾਇਆ? ਔਰ ਇਹਦਾ ਜਵਾਬ ਨਿਰਾਸ਼ਾਜਨਕ ਹੀ ਹੈ ਕਿ ਬਈ ਅਸੀਂ ਇਸ ਪਾਸੇ ਵੱਲ ਕਦੇ ਵੀ ਕੁਛ ਨਹੀਂ ਸੋਚਿਆ। ਸਾਡੇ ਜਿਹੜੇ ਵਿਦਿਅਕ ਅਦਾਰੇ ਹੈਗੇ ਪੰਜਾਬ ਦੇ ਵਿੱਚ, ਸਕੂਲ ਲੈ ਲਓ, ਕਾਲਜ ਲੈ ਲਓ, ਯੂਨੀਵਰਸਿਟੀਆਂ ਲੈ ਲਓ, ਉਹਨਾਂ ਦੇ ਵਿੱਚ ਜੋ ਵੀ ਵਿਗਿਆਨ ਦੀ ਜਾਂ ਹੋਰ ਪੜ੍ਹਾਈ ਕਰਾਈ ਜਾਂਦੀ ਆ ਉਹ ਪੰਜਾਬੀ ਦੇ ਵਿੱਚ ਨਹੀਂ ਕਰਾਈ ਜਾਂਦੀ। ਮੇਰੇ ਕਹਿਣ ਦਾ ਮਤਲਬ ਕਿ ਪੰਜਾਬੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਅੱਜ ਤੱਕ ਨਹੀਂ ਬਣਾ ਸਕੇ ਪੰਜਾਬੀ, ਔਰ ਉੱਤੇ ਅਹਿਮੀਅਤ ਸਿਰਫ ਤੇ ਸਿਰਫ ਪਰਾਈ ਭਾਸ਼ਾ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਆ। ਜਿਹੜੇ ਅੰਗਰੇਜ਼ੀ ਮਾਧਿਅਮ ਸਕੂਲ ਆ, ਲੋਕ ਉਹਨਾਂ ਦੇ ਵਿੱਚ ਇਹਨੂੰ ਜ਼ਿਆਦਾ ਭੇਜਦੇ ਹੈਗੇ ਆ ਆਪਣੇ ਬੱਚਿਆਂ ਨੂੰ। ਜਿੰਨਾ ਚਿਰ ਇਹ ਜਿਹੜਾ ਕਦਮ ਆ ਅਸੀਂ ਨਹੀਂ ਉਠਾਉਂਦੇ ਹੈਗੇ, ਜਿੰਨਾ ਚਿਰ, ਇੱਥੋਂ ਤੱਕ ਕਿ ਮੈਂ ਤਾਂ ਇਹ ਕਹੂੰਗਾ ਕਿ ਬਈ ਪੰਜਾਬੀ ਲੋਕਾਂ ਨੇ ਮਹਿਸੂਸ ਵੀ ਨਹੀਂ ਕੀਤਾ ਹੈਗਾ ਕਿ ਕੀ ਸਾਡੀ ਜਿਹੜੀ ਆ ਸਿੱਖਿਆ ਆਪਣੇ ਬੱਚਿਆਂ ਨੂੰ ਦੇ ਰਹੇ ਆ ਕਿ ਉਹ ਪੰਜਾਬੀ ਦੇ ਵਿੱਚ ਦੇ ਰਹੇ ਆ। ਉਹ ਮਹਿਸੂਸ ਕਰਦੇ ਆ ਕਿ ਬਈ ਜਿਹੜੀ ਸਿੱਖਿਆ ਦੇਣਾ ਆ ਉਹ ਸਿਰਫ ਤੇ ਸਿਰਫ ਪੰਜਾਬੀ ਅੰਗਰੇਜ਼ੀ ਵਿੱਚ ਹੀ ਦਿੱਤੀ ਜਾ ਸਕਦੀ ਆ, ਪੰਜਾਬੀ ਦੇ ਵਿੱਚ ਨਹੀਂ। ਔਰ ਉਹ ਜਿਹੜੀਆਂ ਬੇਨਤੀਆਂ ਕਰਦੇ ਰਹਿੰਦੇ ਆ ਆਈਆਂ ਸਰਕਾਰਾਂ ਨੂੰ ਜੀ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ, ਪੰਜਾਬੀ ਪੜ੍ਹਾਈ ਜਾਵੇ, ਤੇ ਉਹ ਵੀ ਮੰਨਦੇ ਹੈਗੇ ਆ ਕਿ ਬਈ ਪੰਜਾਬੀ ਜਿਹੜੀ ਆ ਇਹ ਸਿੱਖਿਆ ਦਾ ਮਾਧਿਅਮ ਨਹੀਂ ਬਣ ਸਕਦੀ, ਜੋ ਕਿ ਮੈਂ ਸਮਝਦਾ ਕਿ ਬਹੁਤ ਹੀ ਅਫਸੋਸਨਾਕ ਰਵੱਈਆ ਹੈਗਾ ਪੰਜਾਬੀਆਂ ਦਾ। ਜਿੰਨਾ ਚਿਰ ਇਹ ਰਵੱਈਆ ਬਦਲਦਾ ਨਹੀਂ ਹੈਗਾ, ਉਨਾ ਚਿਰ ਮੇਰਾ ਖਿਆਲ ਨਹੀਂ ਪੰਜਾਬੀ ਭਾਸ਼ਾ ਦਾ ਕੁਝ ਹੋ ਸਕਦਾ ਹੈਗਾ। ਤੁਸੀਂ ਮੇਰੇ ਤੋਂ ਪੁੱਛਿਆ ਹੈਗਾ ਕਿ ਬਈ ਇਹ ਵਿਗਿਆਨਕ ਸੱਭਿਆਚਾਰ ਕੀ ਹੈਗਾ। ਉਹ ਸੱਭਿਆਚਾਰ
ਸਾਨੂੰ ਪੈਦਾ ਕਰਨ ਦੀ ਲੋੜ ਹੈਗੀ ਆ ਪੰਜਾਬ ਦੇ ਵਿੱਚ। ਜਿੰਨਾ ਚਿਰ ਉਹ ਪੈਦਾ ਨਹੀਂ ਹੋ ਸਕਦਾ, ਸਾਡੇ ਅਦਾਰੇ, ਸਾਡਾ ਜਿਹੜਾ ਸੰਚਾਰ ਮਾਧਿਅਮ ਆ, ਅਖਬਾਰਾਂ ਹੈਗੀਆਂ, ਰੇਡੀਓ ਹੈਗੇ, ਟੀਵੀ ਹੈਗੇ ਆ, ਜਿੰਨਾ ਚਿਰ ਉਹਨਾਂ ਤੇ ਪੰਜਾਬੀ ਦਾ ਜਿਹੜਾ ਪੱਧਰ ਆ ਉਹਨੂੰ ਉੱਚਾ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਮੇਰਾ ਖਿਆਲ ਆ ਇਹ ਜਿਹੜਾ ਦਿਵਸ ਆ ਇਹ ਸਿਰਫ ਮਨਾਉਣ ਤੱਕ ਹੀ ਰਹਿ ਜਾਊਗਾ, ਇਹਦਾ ਕੋਈ ਫਾਇਦਾ ਨਹੀਂ ਹੋਣਾ ਜੀ। ਤੇ ਜਿਹੜੀ ਸ਼ਿੰਦਰਪਾਲ ਜੀ ਇਹ ਗੱਲ ਆਪਾਂ ਵਿਗਿਆਨ ਦੀ ਕਰਦੇ ਆ, ਇਸ ਦੇ ਨਾਲ ਇੱਕ ਹੋਰ ਗੱਲ ਬੜੀ ਸਾਨੂੰ ਦੁਖਦਾਈ ਹੈ ਕਿ ਇੱਕ ਜਿਹੜਾ ਭਾਸ਼ਾ ਦੇ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ, ਭਾਸ਼ਾ ਨੂੰ ਵਿਗਾੜਿਆ ਜਾ ਰਿਹਾ ਹੈਗਾ। ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਭਾਸ਼ਾ ਪ੍ਰਦੂਸ਼ਣ ਪਹਿਲਾਂ ਤੇ ਗੱਲ ਹੈ ਕੀ ਤੇ ਇਹਦਾ ਜ਼ਿੰਮੇਵਾਰ ਕੌਣ ਹੈ? ਮਰਵਾ ਜੀ, ਇਹ ਵੀ ਇੱਕ ਬਹੁਤ ਵੱਡਾ ਸਾਡੇ ਵਾਸਤੇ ਮੁੱਦਾ ਹੈ, ਸਾਰੇ ਪੰਜਾਬੀਆਂ ਵਾਸਤੇ। ਔਰ ਜਿਹੜੇ ਸਾਡੇ ਪੰਜਾਬੀ ਸਾਡਾ ਪ੍ਰੋਗਰਾਮ ਦੇਖਦੇ ਨੇ ਸਿੱਖ ਚੈਨਲ ਦੇ ਉੱਤੇ, ਜੋ ਅਸੀਂ ਉਪਰਾਲੇ ਕਰਦੇ ਹਾਂ, ਉਹਦੇ ਵਿੱਚ ਅਸੀਂ ਸਵੇਰ ਦੇ ਪ੍ਰੋਗਰਾਮਾਂ ਦੇ ਵਿੱਚ ਹਮੇਸ਼ਾ ਹੀ ਇਹ ਯਤਨ ਕਰਦੇ ਹਾਂ ਕਿ ਭਾਸ਼ਾ ਪ੍ਰਦੂਸ਼ਣ ਹੈ ਕੀ। ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਤੋਂ ਜੋ ਅਸੀਂ ਦੇਖਦੇ ਹਾਂ ਕਿ ਉਹ ਗੱਲਬਾਤ ਕਰਦੇ ਆ, ਚਾਹੇ ਉਹ ਕੋਈ ਸਕੂਲਾਂ ਦਾ ਅਧਿਕਾਰੀ ਹੈ, ਚਾਹੇ ਉਹ ਕੋਈ ਕਿਸ ਤਰ੍ਹਾਂ ਦਾ ਅਫਸਰ ਹੈ, ਉੱਚ ਅਧਿਕਾਰੀ ਹੈ, ਜਾਂ ਸਾਡੇ ਆਗੂ ਹਨ। ਪਰ ਮੈਂ ਤਾਂ ਇੱਥੇ ਤੱਕ ਗੱਲ ਕਵਾਂਗਾ, ਜਿਹੜੇ ਸਮਾਜਿਕ ਆਗੂ ਵੀ, ਧਾਰਮਿਕ ਆਗੂ ਵੀ ਜਿਹੜੇ ਹੈਗੇ ਆ, ਅਸੀਂ ਗੱਲ ਕੀਤੀ ਸੀ ਜੇ ਕਥਾਵਾਚਕ ਸਾਡੇ ਦਰਬਾਰ ਸਾਹਿਬ ਤੋਂ ਕਥਾ ਆਉਂਦੀ ਆ, ਉਹ ਵੀ ਬਹੁਤ ਸਾਰੇ ਜਿਹੜੇ ਸ਼ਬਦ ਹੈ ਅੰਗਰੇਜ਼ੀ ਦੇ ਬੋਲਣ ਲੱਗ ਪੈਂਦੇ ਆ ਵਿੱਚ ਆ ਕੇ। ਸੋ ਬਚਾਅ ਉਹ ਹਿੰਦੀ ਦੀ ਗੱਲ ਕਰਦੇ ਆ। ਅਸੀਂ ਹੁਣੇ ਚੋਣਾਂ ਦਾ ਦੇਖਿਆ ਪੰਜਾਬ ਦੇ ਵਿੱਚ, ਜਿੰਨੇ ਵੀ ਲੀਡਰ ਆਗੂ ਹਨ ਉਹ ਵਿੱਚੇ ਹਿੰਦੀ ਵਿੱਚ ਬਿਆਨ ਦੇਣ ਲੱਗ ਪੈਂਦੇ ਆ ਤੇ ਵਿੱਚੇ ਪੰਜਾਬੀ ਦੇ ਵਿੱਚ, ਜ਼ਿਆਦਾ ਅੰਗਰੇਜ਼ੀ ਦੇ ਵਿੱਚ। ਹੁਣ ਸਾਡੀ ਜਿਹੜੀ ਗੱਲਬਾਤ ਚੱਲਦੀ ਆ ਸਵੇਰ ਦੀ, ਦਰਸ਼ਕਾਂ ਨੇ ਮਹਿਸੂਸ ਕੀਤਾ ਹੋਣਾ ਕਿ ਅਸੀਂ ਇਹਦੇ ਵਿੱਚ ਕੋਈ ਅੰਗਰੇਜ਼ੀ ਦਾ ਸ਼ਬਦ ਨਹੀਂ ਵਰਤ ਰਹੇ, ਕਿਉਂਕਿ ਸਾਨੂੰ ਲੋੜ ਨਹੀਂ ਪੈਂਦੀ, ਕਿਉਂਕਿ ਸਾਡੇ ਕੋਲ ਜਿਹੜੀ ਸਮਰੱਥ ਭਾਸ਼ਾ ਹੈਗੀ ਆ। ਪਰ ਦੂਜੇ ਪਾਸੇ ਦੇਖਦੇ ਹਾਂ, ਜੋ ਪੰਜਾਬ ਦੀਆਂ ਅਖਬਾਰਾਂ ਨੇ, ਰਸਾਲੇ ਨੇ, ਜਾਂ ਰੇਡੀਓ ਮਾਧਿਅਮ ਨੇ, ਜਾਂ YouTube ਚੈਨਲ ਨੇ, ਉਹਦੇ ਉੱਤੇ ਅਸੀਂ ਜਾ ਕੇ ਦੇਖਦੇ ਹਾਂ ਕਿ ਬਹੁਤ ਸਾਰੀ ਜਿਹੜੀ ਕੋਕੜੂ ਭਾਸ਼ਾ ਉਹ ਵਰਤੀ ਜਾਂਦੀ ਆ। ਆਹ ਇੱਕ ਮਿਸਾਲ ਤੁਹਾਡੇ ਸਾਹਮਣੇ ਦਿਖਾ ਰਹੇ ਹੈਗੇ ਆ, ਪੰਜਾਬੀ BBC ਪੰਜਾਬੀ ਦੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, BBC ਨੇ ਵਧੀਆ ਉਪਰਾਲਾ ਕੀਤਾ। ਇਹਦੇ ਵਿੱਚ BBC ਨੂੰ ਅਸੀਂ ਦੋਸ਼ ਨਹੀਂ ਦੇਵਾਂਗੇ, ਇਹਦੇ ਵਿੱਚ ਦੋਸ਼ ਅਸੀਂ ਦੇਵਾਂਗੇ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਤਨਖਾਹਾਂ ਲੈ ਕੇ ਪੰਜਾਬੀ ਵਿੱਚ ਵਿਗਾੜ ਪਾ ਰਹੇ ਆ। ਹੁਣ ਦੇਖਦੇ ਆ ਤਸਵੀਰਾਂ ਦੇ ਵਿੱਚ ਆ ਜਿਹੜੀਆਂ ਹਾਲ ਦੀਆਂ ਖਬਰਾਂ ਸੀਗੀਆਂ ਕਿ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ ਉਹਦੇ ਕੀ ਹਨ ਪੋਜ਼ਿਟਿਵ ਅਤੇ ਨੈਗੇਟਿਵ ਪੱਖ ਦੇ ਖੱਖੇ ਪੈਰ 'ਚ ਬਿੰਦੀ ਜਿਹੜੀ ਆ ਵਾਧੂ ਪਾਈ ਗਈ ਆ। ਇਹ ਹੈਗੀ ਆ ਭਾਸ਼ਾ ਪ੍ਰਦੂਸ਼ਣ, ਇਹ ਹੈਗਾ ਭਾਸ਼ਾ ਦਾ ਵਿਗਾੜ। ਵਿਗਾੜ ਦਾ ਮਤਲਬ ਵਿਕਾਰ, ਜਿਹੜਾ ਕਿ ਸਾਨੂੰ ਕਦੇ ਵੀ ਹਜ਼ਮ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਕਿ ਜਿੰਨੇ ਵੀ ਸਾਡੇ ਅੱਜ ਕੱਲ੍ਹ ਪੰਜਾਬੀ ਸਾਡਾ ਪ੍ਰੋਗਰਾਮ ਦੇਖ ਰਹੇ ਆ, ਜਾਂ ਉਹ ਲੋਕ ਮਾਧਿਅਮ ਦੇ ਉੱਤੇ, ਜਿਸ ਨੂੰ ਅਸੀਂ ਸੋਸ਼ਲ ਮੀਡੀਆ ਕਰਕੇ ਬਹੁਤ ਮਸ਼ਹੂਰ ਕਰਤਾ, ਉਸ ਲੋਕ ਮਾਧਿਅਮ ਦੇ ਉੱਤੇ ਵੀ ਜੋ ਵੀ ਸਾਨੂੰ ਅੱਜ ਕੱਲ੍ਹ ਦੇਖਣ ਨੂੰ, ਪੜ੍ਹਨ ਨੂੰ, ਸੁਣਨ ਨੂੰ ਮਿਲਦਾ ਹੈ, ਉਹਦੇ ਵਿੱਚ ਧੜਾਧੜ ਜਿਹੜੀ ਅੰਗਰੇਜ਼ੀ ਆ ਉਹ ਸ਼ਾਮਲ ਕੀਤੀ ਜਾ ਰਹੀ ਹੈ। ਮੇਰੇ ਖਿਆਲ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਗੁਲਾਮ ਮਾਨਸਿਕਤਾ ਉਹਨਾਂ ਨੂੰ ਇਹ ਦੱਸਦੀ ਆ ਕਿ ਅੰਗਰੇਜ਼ਾਂ ਨੇ ਸਾਡੇ ਉੱਤੇ ਰਾਜ ਕੀਤਾ ਸੀ, ਇਸ ਕਰਕੇ ਉਹਨਾਂ ਦੀ ਭਾਸ਼ਾ ਹੀ ਜਿਹੜੀ ਸੰਸਾਰ ਦੀ ਭਾਸ਼ਾ ਹੈ। ਇਸ ਕਰਕੇ ਅਸੀਂ ਬਾਰ-ਬਾਰ ਐਲਾਨ ਕਰਦੇ ਹਾਂ ਕਿ ਪਿਆਰੇ ਪੰਜਾਬੀਓ, ਆਪਣੀ ਭਾਸ਼ਾ ਨੂੰ ਵਿਗਾੜ ਤੋਂ ਬਚਾਓ। ਇਹਦੇ ਵਿੱਚ ਜਿਹੜੇ ਵਿਗਾੜ ਪੈ ਰਹੇ ਆ, ਇਹਦੀ ਪਵਿੱਤਰਤਾ ਨੂੰ, ਇਹਦੀ ਸੁਚਮਤਾ ਨੂੰ ਬਚਾਓ। ਔਰ ਅਸੀਂ ਹਮੇਸ਼ਾ ਹੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਦੱਸਦੇ ਆ ਕਿ ਜਿਹੜੀ ਲਗਾ ਮਾਤਰਾ ਨੇ, ਸਿਆਰੀ ਬਿੰਦੀਆਂ ਨੇ, ਜਾਂ ਲਗਾਖਰ ਨੇ, ਉਹਨਾਂ ਦੀ ਸਹੀ ਵਰਤੋਂ ਕਿੱਦਾਂ ਕਰਨੀ ਹੈ। ਅਸੀਂ ਆਪਣੇ ਭਾਸ਼ਾ ਵਿਚਾਰ ਮੰਚ ਦੇ ਉੱਤੇ ਵੀ ਆਪਣੇ ਇਹ ਵਿਚਾਰਾਂ ਕਰਦੇ ਰਹਿੰਦੇ ਆ। ਸੋ ਇਹ ਹੈ ਭਾਸ਼ਾ ਦਾ ਵਿਗਾੜ, ਜਿਹੜਾ ਕਿ ਸਾਨੂੰ ਬਹੁਤ ਹੀ ਸਾਵਧਾਨ ਹੋਣ ਦੀ ਲੋੜ ਹੈ। ਜਿੱਥੇ ਨੈਗੇਟਿਵ ਪੋਜ਼ਿਟਿਵ ਲਿਖਿਆ ਸੀ, ਉੱਥੇ ਸਕਾਰਾਤਮਕ ਜਾਂ ਨਕਾਰਾਤਮਕ ਸ਼ਬਦ ਵਰਤਣੇ ਚਾਹੀਦੇ ਸਨ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਤੁਸੀਂ ਮੈਨੂੰ ਪੁੱਛੋਗੇ ਕਿ ਤੁਸੀਂ ਕੀ ਕਰ ਰਹੇ ਹੋ। ਅਸੀਂ ਇਹ ਕਰ ਰਹੇ ਹਾਂ, ਅਸੀਂ BBC ਦੇ ਨਾਲ ਪਿਛਲੇ 4-5 ਸਾਲ ਤੋਂ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਜਦੋਂ ਵੀ ਉਹ ਗਲਤੀ ਕਰਦੇ ਨੇ, ਉਹਨਾਂ ਨੂੰ ਅਹਿਸਾਸ ਕਰਾਉਂਦੇ ਆ। ਪਰ ਸਾਨੂੰ ਖੁਸ਼ੀ ਦੀ ਗੱਲ ਇਹ ਵੀ ਹੈਗੀ ਆ ਮਾਰਵਾ ਜੀ, ਕਿ BBC ਦਾ ਸਾਨੂੰ ਵਧੀਆ ਜਵਾਬ ਆਉਂਦਾ, ਬੜੇ ਤਰੀਕੇ ਦੇ ਨਾਲ। ਉਹ ਕਹਿੰਦੇ ਸਾਨੂੰ ਪਤਾ ਕਿ ਜਿਹੜੀ ਪੰਜਾਬੀ ਦੀ ਸੁਚਮਤਾ ਜਾਂ ਕਿਸੇ ਵੀ ਭਾਸ਼ਾ ਦੀ ਜਿਹੜੀ ਪਵਿੱਤਰਤਾ ਆ ਉਹ ਕੀ ਹੋਣੀ ਚਾਹੀਦੀ ਆ। ਫਿਰ ਉਹੀ ਗੱਲ ਆ ਗਈ ਕਿ ਮਸਲਾ ਜਿਹੜਾ ਹੈ ਨਾ, ਦੋਸ਼ ਸਾਡੇ ਸਿਰ ਆ ਗਿਆ। ਹੁਣ ਅਸੀਂ ਇਹ ਥੋੜਾ ਪੰਜਾਬ 'ਚ ਦੇਖਦੇ ਆ ਕਿ ਉੱਥੇ ਇਹ ਜਿਹੜੇ ਅੱਜ ਕੱਲ੍ਹ ਜਿਹੜੇ ਅੰਗਰੇਜ਼ੀ ਦੇ ਸਕੂਲ ਨੇ, ਅੰਗਰੇਜ਼ੀ ਮਾਧਿਅਮ ਸਕੂਲ ਨੇ, ਕਨਵੈਂਟ ਸਕੂਲ ਨੇ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਨੇ ਵੀ ਪੰਜਾਬ ਵਿਗਾੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਮੈਂ ਆਪਣੀ ਗੱਲ ਇੱਥੇ ਮੁਕਾਉਂਦਾ ਹਾਂ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਜਿੱਥੇ ਆਹ ਜਿਹੜੀ ਬਲਦੇਵ ਜੀ ਗੱਲ ਇਹਨਾਂ ਨੇ ਕੀਤੀ ਹੈਗੀ ਆ, ਜਿਹੜੇ ਕਨਵੈਂਟ ਸਕੂਲ ਹੈਗੇ ਆ, ਜਾਂ ਬਹੁਤ ਸਾਰੇ ਬੱਚਿਆਂ ਨੂੰ ਇੱਥੇ ਹੀ ਭੇਜਿਆ ਜਾਂਦਾ ਵੀ ਹਾਂਜੀ ਉਹ ਅੰਗਰੇਜ਼ੀ ਮਾਧਿਅਮ ਪੜ੍ਹਨ ਤੇ ਪੰਜਾਬੀ ਦੇ ਤੋਂ ਬੜਾ ਦੂਰ ਕੀਤਾ ਜਾਂਦਾ ਹੈਗਾ। ਇਹ ਜਿਹੜੇ ਸਕੂਲ ਨੇ ਧੜਾਧੜ ਖੁੱਲ੍ਹ ਵੀ ਰਹੇ ਨੇ, ਤੇ ਹੋ ਸਕਦਾ ਇਹਨੂੰ ਸਰਕਾਰ ਵੀ ਕੁਛ ਸ਼ਹਿ ਦਿੰਦੀ ਹੋਵੇ।
ਤੇ ਤੁਸੀਂ ਇਹ ਜਿਹੜੇ ਸਕੂਲਾਂ ਬਾਰੇ ਕੀ ਕਹਿਣਾ ਚਾਹੋਗੇ ਤੇ ਕੀ ਕਰਨਾ ਚਾਹੀਦਾ ਹੈ? ਬਲਦੇਵ ਜੀ। ਬਿਲਕੁਲ ਸਰਦੂਲ ਜੀ, ਦੇਖੋ ਜਿਹੜਾ ਇਹ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ, ਇਹਦਾ ਮਨੋਰਥ ਇਹ ਆ ਕਿ ਬਈ ਲੋਕਾਂ ਨੂੰ ਸੁਚੇਤਤਾ ਪੈਦਾ ਕਰਨੀ ਕਿ ਬਈ ਮਾਤ ਭਾਸ਼ਾ ਦੀ ਮਹੱਤਤਾ ਕੀ ਹੈਗੀ ਆ। ਲੇਕਿਨ ਜਿੰਨੇ ਵੀ ਕੁਝ ਸਾਲਾਂ ਤੋਂ ਇਹ ਮਨਾਇਆ ਜਾ ਰਿਹਾ, ਔਰ ਪੰਜਾਬੀ ਲੋਕ ਇਸ ਤਰਫੋਂ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਹੈਗੇ ਆ ਕਿ ਉਹ ਸੁਚੇਤਤਾ ਪੈਦਾ ਕਰਨ ਤੋਂ। ਉਹ ਇਸ ਲਈ ਕਿਉਂਕਿ ਦੇਖੋ ਤੁਸੀਂ ਜਿੰਦਰ ਜੀ ਨੇ ਭਾਸ਼ਾ ਪ੍ਰਦੂਸ਼ਣ ਦੀ ਗੱਲ ਕੀਤੀ ਹੈਗੀ ਆ। ਜਿੰਨੀ ਦੇਰ ਤੱਕ ਪੰਜਾਬੀ ਉੱਥੇ ਪੜ੍ਹਾਈ ਨਹੀਂ ਜਾਂਦੀ, ਉੱਥੇ ਹਰ ਇੱਕ ਵਿਸ਼ਾ, ਭਾਵੇਂ ਉਹ ਵਿਗਿਆਨ ਦੇ ਵਿਸ਼ੇ ਹੈਗੇ ਆ ਜਾਂ ਕੋਈ ਹੋਰ ਹੈਗੇ ਆ, ਉਹ ਪੰਜਾਬੀ 'ਚ ਨਹੀਂ ਹੁੰਦੇ। ਔਰ ਮੇਰੇ ਕਹਿਣ ਦਾ ਮਤਲਬ ਕਿ ਉੱਥੋਂ ਦੇ ਸਕੂਲਾਂ ਦਾ ਜਿਹੜਾ ਸਿੱਖਿਆ ਮਾਧਿਅਮ ਆ ਉਹ ਪੰਜਾਬੀ ਨਹੀਂ ਹੁੰਦਾ। ਇਹ ਪ੍ਰਦੂਸ਼ਣ ਜਿਹੜਾ ਆ, ਜੋ ਪੰਜਾਬੀ ਭਾਸ਼ਾ ਦਾ ਸੱਤਿਆਨਾਸ਼ ਪੰਜਾਬੀ ਆਪ ਕਰ ਰਹੇ ਹੈਗੇ ਆ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਬਹੁਤ ਸਾਰੇ ਪੱਤਰਕਾਰਾਂ ਦੇ ਨਾਲ ਉੱਥੇ ਗੱਲਬਾਤ ਕੀਤੀ ਕਿ ਬਈ ਉਹ ਅਖਬਾਰਾਂ ਦੇ ਵਿੱਚ ਜੋ ਲਿਖਦੇ ਹੈਗੇ ਆ, ਉਹਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹ ਕਿਉਂ ਪੈਦਾ ਕਰਦੇ ਹੈਗੇ ਆ। ਉਹ ਕਹਿੰਦੇ ਜੀ ਤੁਸੀਂ ਤੁਹਾਡਾ ਇਹ ਸਵਾਲ ਜਿਹੜਾ ਵਾਜਬ ਨਹੀਂ ਹੈਗਾ, ਕਿਉਂਕਿ ਪੰਜਾਬ ਦੇ ਲੋਕ ਸਾਰੇ ਅੰਗਰੇਜ਼ੀ ਸਮਝਦੇ ਹੈਗੇ ਆ। ਮਤਲਬ ਕਿ ਉਹ ਆਪਣੇ ਆਪ ਨੂੰ ਫਿਰ ਵੀ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੋ ਅਸੀਂ ਪੰਜਾਬੀ ਭਾਸ਼ਾ ਦਾ ਸੱਤਿਆਨਾਸ਼ ਕਰ ਰਹੇ ਹਾਂ ਜਾਂ ਪ੍ਰਦੂਸ਼ਣ ਪੈਦਾ ਕਰ ਰਹੇ ਹੈਗੇ ਆ, ਅਸੀਂ ਜੋ ਕਰ ਰਹੇ ਹੈਗੇ ਆ ਸਹੀ ਕਰ ਰਹੇ ਹੈਗੇ ਆ। ਔਰ ਜੇਕਰ ਅਸੀਂ ਸਵਾਲ ਉਠਾਉਂਦੇ ਆ ਕਿ ਬਈ ਆਹ ਜਿਹੜੇ ਅੰਗਰੇਜ਼ੀ ਮਾਧਿਅਮ ਕਨਵੈਂਟ ਸਕੂਲ ਹੈਗੇ ਆ, ਇਹ ਧੜਾ ਧੜ ਤੁਹਾਡੇ ਦੇਸ਼ ਦੇ ਵਿੱਚ ਕਿਉਂ ਫੈਲ ਰਹੇ ਹੈਗੇ ਆ, ਉਹ ਕਹਿੰਦੇ ਜੀ ਇਹ ਇਸੇ ਤਰ੍ਹਾਂ ਹੀ ਰਹਿਣਾ, ਕਿਉਂਕਿ ਸਿੱਖਿਆ ਜਿਹੜੀ ਆ ਉਹ ਸਿਰਫ ਇਸੇ ਤਰ੍ਹਾਂ ਹੀ ਦਿੱਤੀ ਜਾ ਸਕਦੀ ਹੈਗੀ ਆ। ਇਹ ਉਹ ਸਮਝਣ ਤੋਂ ਬਿਲਕੁਲ ਅਸਮਰੱਥ ਹੈਗੇ ਆ। ਔਰ ਜਿੰਨਾ ਚਿਰ ਪੰਜਾਬੀ ਇਹ ਜਿਹੜੀ ਚੀਜ਼ ਹੈਗੀ ਆ ਇਹਨੂੰ ਸਮਝ ਨਹੀਂ ਸਕਦੇ, ਉਹਨਾਂ ਚਿਰ ਪੰਜਾਬੀ ਭਾਸ਼ਾ ਦਾ ਕੁਝ ਵੀ ਸਵਾਰਿਆ ਨਹੀਂ ਜਾ ਸਕਦਾ। ਭਾਵੇਂ ਇਹ ਜਿੰਨੇ ਮਰਜ਼ੀ ਮੁਜ਼ਾਹਰੇ ਕਰੀ ਜਾਣ, ਜਾਂ ਇਹ ਜਿਹੜਾ 21 ਫਰਵਰੀ ਦਾ ਦਿਨ ਹੈਗਾ ਕਵਿਤਾਵਾਂ ਲਿਖ ਕੇ ਜਿੰਨਾ ਮਰਜ਼ੀ ਇਹਨੂੰ ਮਨਾਈ ਜਾਣ, ਔਰ ਉਹ ਪ੍ਰਚਾਰ ਤੇ ਪ੍ਰਸਾਰ ਦੀਆਂ ਗੱਲਾਂ ਕਰਦੇ, ਪੰਜਾਬੀ ਭਾਸ਼ਾ ਦਾ ਕੁਝ ਨਹੀਂ ਹੋ ਸਕਦਾ। ਲੇਕਿਨ ਜਦੋਂ ਵੀ ਉਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਕਿ ਬਈ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖਿਆ ਦੇਵੋਗੇ, ਤੇ ਉੱਥੇ ਉਹ ਇੱਕਦਮ ਆਪਣੇ ਆਪ ਨੂੰ ਦੂਸਰਾ ਡਿਫੈਂਡ ਕਰਨ ਲੱਗ ਪੈਂਦੇ ਆ ਜੀ। ਜਿਹੜੀ ਸਿੱਖਿਆ ਹੈਗੀ ਆ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਦਿੱਤੀ ਜਾ ਸਕਦੀ ਆ। ਇਹ ਮੈਂ ਸਮਝਦਾ ਪੰਜਾਬੀਆਂ ਦਾ ਮਹਾ ਸਦਮਾ ਹੈਗਾ, ਜਿਹੜਾ ਕਿ ਇਹ ਨਹੀਂ ਪਤਾ ਵੀ ਉਹ ਕਦੋਂ ਇਹ ਜਿਹੜੀ ਹਕੀਕਤ ਆ ਉਹਨੂੰ ਪਛਾਣਨਗੇ ਜੀ। ਸ਼ਿੰਦਰ ਜੀ, ਬਲਦੇਵ ਨੇ ਕਿਹਾ ਮਹਾ ਸਦਮਾ ਹੈ, ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਹੈਗੀਆਂ, ਤੇ ਇਹ ਸਾਰੀਆਂ ਨੂੰ ਜਿਹੜੀਆਂ ਹੈਗੀਆਂ, ਜਿੱਥੇ ਆਪਣਾ ਪੰਜਾਬੀ ਵਿਕਾਸ ਮੰਚ, ਜਿਹਦੇ ਥਰੂ ਤੁਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੰਮ ਕਰ ਵੀ ਰਹੇ ਹੋਗੇ, ਤੇ ਹੁਣ ਹੋਣਾ ਕੀ ਚਾਹੀਦਾ ਸ਼ਿੰਦਰ ਜੀ? ਦੇਖੋ ਜੀ, ਮੇਰੇ ਖਿਆਲ ਦੇ ਵਿੱਚ ਇਹ ਇਕੱਲਾ ਪੰਜਾਬੀ ਵਿਕਾਸ ਮੰਚ ਦਾ ਹੀ ਮੇਰੇ ਖਿਆਲ ਫਿਕਰ ਨਹੀਂ। ਮੇਰੇ ਖਿਆਲ ਤਾਂ ਸਾਰੀਆਂ ਜਿਹੜੀਆਂ ਦੁਨੀਆ ਦੀਆਂ ਜਿਹੜੀਆਂ ਪੰਜਾਬੀ ਸਭਾਵਾਂ ਨੇ, ਚਾਹੇ ਉਹ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਜਾਂ ਭਾਰਤ ਵਿੱਚ ਬਹੁਤ ਸਾਰੀਆਂ ਲਿਖਾਰੀ ਸਭਾਵਾਂ ਨੇ, ਸਾਹਿਤਕ ਸਭਾਵਾਂ ਨੇ, ਬੜੇ ਵੱਡੇ ਸੰਮੇਲਨ ਹੁੰਦੇ ਨੇ, ਬੜੀਆਂ ਵੱਡੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਹੋ ਚੁੱਕੀਆਂ ਨੇ। ਤੁਹਾਨੂੰ ਵੀ ਪਤਾ ਹੈ ਕਿ ਤੁਸੀਂ 1980 ਦੇ ਵਿੱਚ ਪਹਿਲਾਂ ਇਹ ਜਿਹੜੀ ਰਸਮ ਸੀ, ਜਾਂ ਕਹਿ ਦਈਏ ਇਹ ਜਿਹੜੀਆਂ ਕਾਨਫਰੰਸਾਂ ਕਰਨ ਦਾ ਜਿਹੜਾ ਸ਼ਗਨ ਸੀ, ਸ਼ੁਭ ਸ਼ਗਨ, ਉਹ ਬਰਤਾਨੀਆ ਤੋਂ ਸ਼ੁਰੂ ਹੋਇਆ। ਪਰ ਉਸ ਤੋਂ ਬਾਅਦ ਹੋਰ ਅਨੇਕਾਂ ਮੁਲਕਾਂ ਵਿੱਚ ਹਲੇ ਵੀ ਉਹ ਹੋ ਰਹੀਆਂ ਨੇ, ਚੱਲੀ ਜਾ ਰਿਹਾ। ਕੋਵਿਡ ਨੇ ਥੋੜਾ ਉਹਨੂੰ ਠੱਲ ਪਾਈ ਮੇਰੇ ਖਿਆਲ ਦੇ ਵਿੱਚ, ਤੇ ਨਹੀਂ ਤਾਂ ਹੁਣ ਤੱਕ 10 ਕਾਨਫਰੰਸਾਂ ਇੰਟਰਨੈਸ਼ਨਲ ਜਿਹੜੀਆਂ ਅੰਤਰਰਾਸ਼ਟਰੀ ਕਾਨਫਰੰਸਾਂ ਹੋ ਜਾਣੀਆਂ ਸੀ। ਪਰ ਉਹਦੇ ਵਿੱਚ ਜਿਹੜੀ ਹੁਣੇ ਗੱਲ ਕੀਤੀ ਹੈ ਬਲਦੇਵ ਜੀ ਨੇ, ਉਹਦੇ ਵਿੱਚ ਜਿੰਨੀਆਂ ਮਰਜ਼ੀ ਕਵਿਤਾਵਾਂ ਲਿਖੀ ਜਾਓ, ਜਿੰਨੇ ਮਰਜ਼ੀ ਨਾਵਲ, ਜਿੰਨੇ ਮਰਜ਼ੀ ਕਹਾਣੀ ਸੰਗ੍ਰਹਿ ਲਿਖੀ ਜਾਓ, ਪਰ ਮੈਂ ਥੋੜੀ ਜਿਹੀ ਗੱਲ ਇੱਥੇ ਆਪਣੀ ਰੋਕ ਕੇ ਗੱਲ ਕਹਿਣੀ ਚਾਹਾਂਗਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਜਿਹੜੇ ਪੰਜਾਬੀ ਆ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਅਸੀਂ ਬਹੁਤ ਜਜ਼ਬਾਤੀ ਹਾਂ। ਅਸੀਂ ਫਿਰੋਜ਼ਦੀਨ ਸ਼ਰਫ ਦੀ ਗੱਲ ਕਰਦੇ ਹਾਂ ਕਿ ਮੈਂ ਟੁੱਟੀ ਹੋ ਤਾਰ ਪੰਜਾਬੀਆਂ ਦੀ ਲਈ ਸ਼ਰਫਣਾ, ਜਿਨ੍ਹਾਂ ਨੇ ਸਾਰ ਮੇਰੀ ਵੀ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਬਾਬਾ ਨਜ਼ਮੀ ਜੀ ਕਰਦੇ ਆ, ਬਾਬਾ ਨਜ਼ਮੀ ਜੀ ਪੰਜਾਬੀ ਵਿੱਚ ਬਹੁਤ ਕੁਛ ਕਹਿ ਰਹੇ ਆ, ਪਰ ਬਾਬਾ ਨਜ਼ਮੀ ਜੀ ਨੂੰ ਇਹ ਨਹੀਂ ਪਤਾ, ਸਾਡੇ ਪਾਕਿਸਤਾਨ ਦੇ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਇਹਨੂੰ ਕਰਨਾ ਕਿੱਦਾਂ ਆ। ਇਹਨੂੰ ਅਸੀਂ ਕੰਪਿਊਟਰ ਦੇ
ਹਾਣ ਦੀ ਭਾਸ਼ਾ ਕਿੱਦਾਂ ਬਣਾਉਣੀ, ਬਲਦੇਵ ਜੀ ਨੇ ਜਿਹੜੀ ਗੱਲ ਕੀਤੀ ਹੈ, ਜਿਹੜਾ ਵਿਗਿਆਨਕ ਸੱਭਿਆਚਾਰ ਆ ਉਹ ਬਹੁਤ ਲਾਜ਼ਮੀ ਹੈ, ਤੇ ਇੰਨਾ ਹੀ ਲਾਜ਼ਮੀ ਹੈ ਕਿ ਤੁਹਾਡੀ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਵਿਗਾੜ ਨਾ ਆਵੇ। ਜਿੰਨਾ ਚਿਰ ਅਸੀਂ ਆਪਣੀਆਂ ਭਾਸ਼ਾ ਨੂੰ ਅਸੀਂ ਸਮੇਂ ਦੀ ਹਾਣ ਦੀ ਨਹੀਂ ਬਣਾਉਂਦੇ, ਸਮੇਂ ਦੀ ਹਾਣ ਦਾ ਮਤਲਬ ਅਸੀਂ ਇਹ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਜਦੋਂ ਯੂਨੈਸਕੋ ਨੇ ਕਿਹਾ ਸੀ ਕਿ ਹੋਰ 50 ਸਾਲਾਂ ਤੱਕ ਪੰਜਾਬੀ ਖਤਮ ਹੋ ਜਾਣੀ ਆ, ਪਰ ਸਾਡੇ ਜਿਹੜੇ ਬਹੁਤ ਵੱਡੇ ਵੱਡੇ ਬੁੱਧੀਜੀਵੀ ਆ, ਬਹੁਤ ਸਾਰੇ ਜਿਹੜੇ ਚਿੰਤਕ ਆ, ਲਿਖਾਰੀ ਆ, ਕਹਿੰਦੇ ਜੀ ਪੰਜਾਬੀ ਭਾਸ਼ਾ ਨਹੀਂ ਬਣਨੀ ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਪੰਜਾਬੀ ਦੇ ਵਿੱਚ। ਪਰ ਮੇਰੇ ਖਿਆਲ ਇਹ ਧਾਰਨਾ ਬਹੁਤ ਗਲਤ ਹੈਗੀ ਆ। ਇਹ ਜਿਹੜੀ ਧਾਰਨਾ ਹੁਣ ਦੇ ਸਮੇਂ ਦੇ ਨਾਲ ਇਹ ਕੋਈ ਮੇਚ ਨਹੀਂ ਖਾਂਦੀ। ਜਿਹੜੀ ਹੁਣੇ ਬਲਦੇਵ ਜੀ ਨੇ ਗੱਲ ਕੀਤੀ ਆ, ਕੌਨਫੀਡੈਂਸ ਸਕੂਲਾਂ ਦੀ ਗੱਲ ਕੀਤੀ ਆ, ਉਹ ਜਿਹੜੇ ਸਕੂਲ ਆ, ਸਾਡੀ ਜਿਹੜੀ ਭਾਸ਼ਾ ਹੁੰਦੀ ਹੈ, ਭਾਸ਼ਾ ਦਾ ਆਪਣਾ ਸੱਭਿਆਚਾਰ ਹੁੰਦਾ, ਭਾਸ਼ਾ ਦੀ ਆਪਣੀ ਮਰਿਆਦਾ ਹੁੰਦੀ ਹੈ। ਇਹ ਜਿਹੜੇ ਸਕੂਲ ਹੈ, ਮਾਫ ਕਰਨਾ, ਇਹ ਇਕੱਲੀ ਭਾਸ਼ਾ ਪਰਿਵਰਤਨ ਜਾਂ ਭਾਸ਼ਾ ਵਿੱਚ ਹੀ ਵਿਗਾੜ ਨਹੀਂ ਪਾ ਰਹੇ, ਕਰਕੇ ਸਾਡੇ ਧਰਮਾਂ ਦੇ ਵਿੱਚ ਵੀ ਵਿਗਾੜ ਪਾ ਰਹੇ ਆ। ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ, ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ, ਜੋ ਕਰਦੇ ਆ ਧਰਮ ਦੇ ਤੌਰ ਤੇ ਵਧੀਆ ਕਰਦੇ ਹੈਗੇ ਆ, ਪਰ ਇਹਨਾਂ ਲੋਕਾਂ ਨੂੰ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਸਕੂਲ ਖੋਲ੍ਹਣੇ ਆ, ਵਿਦਿਅਕ ਅਦਾਰੇ ਖੋਲ੍ਹਣੇ ਆ, ਕਿਉਂਕਿ ਗੋਰਿਆਂ ਨੇ ਵੀ ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ 'ਚ ਆਏ, ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬੀ ਭਾਸ਼ਾ ਦੀ ਕਿੰਨੀ ਸਮਰੱਥਾ ਹੈਗੀ ਆ। ਉਹਨੇ ਵੀ ਪੰਜਾਬੀ ਦੇ ਵਿੱਚ ਬਾਈਬਲ ਨੂੰ ਉਹਨਾਂ ਨੇ ਅਨੁਵਾਦ ਕੀਤਾ, ਪੰਜਾਬੀ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ। ਇਸ ਕਰਕੇ ਇਹਨਾਂ ਸਕੂਲਾਂ ਨੂੰ ਬੇਨਤੀ ਆ ਕਿ ਇਹ ਪੰਜਾਬੀ ਦੇ ਵਿੱਚ ਹੀ ਜਿਹੜਾ ਵਿਗਿਆਨਕ ਸੱਭਿਆਚਾਰ ਹੈ, ਜਿਹਦੀ ਬਲਦੇਵ ਜੀ ਨੇ ਗੱਲ ਕੀਤੀ ਆ, ਉਹਦੀ ਤਿਆਰੀ ਕਰਨੀ ਚਾਹੀਦੀ ਆ। ਸੋ ਇਹਦੇ ਤਹਿਤ ਜੇ ਕਹਿ ਦਈਏ, ਜਿਹੜਾ ਧਰਮ ਹੈ ਤਾਂ ਬੜਾ ਸੰਜੀਦਾ ਮਾਮਲਾ ਹੈ, ਪਰ ਇਹਦੇ ਵਿੱਚ ਸਾਨੂੰ ਭਾਸ਼ਾ ਦੇ ਤੌਰ ਦੇ ਉੱਤੇ ਬਹੁਤ ਸੁਚੇਤ ਹੋਣ ਦੀ ਲੋੜ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਆ ਪੰਜਾਬੀ ਵਿਕਾਸ ਮੰਚ ਵੱਲੋਂ ਕਿ ਜਿਹੜਾ ਸਾਰਾ ਹਫ਼ਤਾ ਹੈ, ਇਹਦੇ ਵਿੱਚ ਅਸੀਂ ਇਹ ਪੰਜਾਬੀ ਹਫ਼ਤਾ ਮਨਾਈਏ ਇਹਨੂੰ। ਔਰ ਸਿੱਖ ਚੈਨਲ ਦੀ ਬਹੁਤ ਧੰਨਵਾਦ ਕਰਦੇ ਆ ਦਵਿੰਦਰ ਸਿੰਘ ਬਾਲ ਦਾ। ਉਹਨਾਂ ਦੇ ਵਿੱਚ ਵੀ ਮੈਂ ਦੇਖਿਆ ਪੰਜਾਬੀ ਵਾਸਤੇ ਬਹੁਤ ਦ੍ਰਿੜ ਵਿਸ਼ਵਾਸ ਹੈ ਕਿ ਪੰਜਾਬੀ ਵਾਸਤੇ ਕੁਝ ਹੋਣਾ ਚਾਹੀਦਾ। ਸੋ ਹਰ ਰਾਤ ਨੂੰ 9 ਵਜੇ ਰਾਤ ਨੂੰ ਸਿੱਖ ਚੈਨਲ ਦੇ ਉੱਤੇ ਜਿਹੜਾ ਪ੍ਰੋਗਰਾਮ ਪੰਜਾਬੀ ਦਾ ਹੋਇਆ ਕਰੇਗਾ, ਜਿਹਦੇ ਵਿੱਚ ਵੱਖ-ਵੱਖ ਜਿਹੜੇ ਵਿਦਵਾਨ ਨੇ ਸਾਡੇ, ਉਹਨਾਂ ਦਾ ਜਿਹੜੀਆਂ ਅਸੀਂ ਮੁਲਾਕਾਤਾਂ ਕੀਤੀਆਂ, ਉਹ ਜਾਂ ਪੰਜਾਬੀ ਦੇ ਜਿਹੜੇ ਆਉਣ ਵਾਲੇ ਸਰੋਕਾਰ ਆ, ਉਹਨਾਂ ਦੀ ਅਸੀਂ ਆਉਣ ਵਾਲੇ ਸਮੇਂ 'ਚ ਅਸੀਂ ਗੱਲ ਕਰਦੇ ਰਵਾਂਗੇ। ਇੰਨੀ ਗੱਲ ਆ, ਮੈਂ ਸੰਕੋਚ ਦਾ ਮਾਰਵਾ ਜੀ। ਬਲਦੇਵ ਜੀ, ਆਪਣੇ ਕੋਲ ਸਿਰਫ ਹੁਣ 2 ਮਿੰਟ ਹੀ ਰਹਿ ਗਏ ਹਨ, ਤੇ ਤੁਸੀਂ ਆਖਰ ਦੇ ਵਿੱਚ 1 ਮਿੰਟ ਦੇ ਵਿੱਚ ਕੀ ਕਹੋਗੇ, ਤੇ ਫਿਰ ਮੈਂ ਸ਼ਿੰਦਰਪਾਲ ਜੀ ਨੂੰ ਵੀ 1 ਮਿੰਟ ਦੇ ਵਿੱਚ ਦਿਆਂਗਾ ਤਾਂ ਕਿ ਇਸ ਨੂੰ ਸਮਾਪਤੀ ਕਰੀਏ। ਬਲਦੇਵ ਜੀ। ਸਦੂ ਜੀ, ਜਿਸ ਤਰ੍ਹਾਂ ਤੁਸੀਂ ਆ ਦਿਖਾਈ ਰਹੇ ਹੈਗੇ ਕਿ ਜਿਹੜੀ ਮੈਂ ਕਿਤਾਬ ਉਹਨੇ ਛਾਪੀ ਹੈਗੀ ਆ, ਵਿਗਿਆਨ ਕੀ ਆ, ਉਹਦੇ ਵਿੱਚ ਮੈਂ ਵਿਗਿਆਨਕ ਸੱਭਿਆਚਾਰ ਬਾਰੇ ਇੱਕ ਕਾਂਡ ਲਿਖਿਆ ਹੈਗਾ, ਤਾਂ ਕਿ ਇਹ ਜਿਹੜਾ ਆ ਆਮ ਪੰਜਾਬੀਆਂ ਦੇ ਵਿੱਚ ਗੱਲ ਚੱਲੇ, ਤਾਂ ਕਿ ਇਹ ਵਿਚਾਰ ਵਿਮਰਸ਼ ਹੋ ਸਕੇ। ਲੇਕਿਨ ਇਸ ਕਿਤਾਬ ਦਾ ਕੋਈ ਅਸਰ ਮੇਰਾ ਖਿਆਲ ਨਹੀਂ ਹੈਗਾ ਕਿ ਕੋਈ ਹੋਇਆ, ਕਿਉਂਕਿ ਸਾਡੇ ਵਿੱਚ ਪੜ੍ਹਨ ਦੀ ਰੁਚੀ ਹੈ ਨਹੀਂਗੀ। ਮੈਂ ਸਮਝਦਾ ਕਿ ਪੰਜਾਬੀ ਵਿਕਾਸ ਮੰਚ ਦੇ ਥੱਲੇ ਅਸੀਂ ਵਿਗਿਆਨਕ ਸੱਭਿਆਚਾਰ ਉੱਥੇ ਪੈਦਾ ਕੀਤਾ ਜਾਵੇ, ਲੇਕਿਨ ਸਾਡੀ ਗੱਲ ਜਿਹੜੀ ਆ ਉਹ ਬਿਲਕੁਲ ਹੀ ਚੱਲ ਹੀ ਨਹੀਂ ਸਕੀ, ਔਰ ਕਿਸੇ ਨੇ ਇਹ ਵੀ ਮਹਿਸੂਸ ਨਹੀਂ ਕੀਤਾ ਕਿ ਬਈ ਦੇਖੀਏ ਤਾਂ ਸਹੀ ਇਸ ਕਿਤਾਬ ਦੇ ਵਿੱਚ ਜਿਹੜਾ ਵਿਗਿਆਨਕ ਸੱਭਿਆਚਾਰ ਬਾਰੇ ਗੱਲ ਕੀਤੀ ਗਈ ਹੈਗੀ ਆ, ਉਹ ਹੈਗੀ ਕੀ ਹੈਗੀ ਆ। ਜਿੰਨਾ ਚਿਰ ਇਹ ਚੀਜ਼ਾਂ ਨਹੀਂ ਹੁੰਦੀਆਂ, ਉਹਨਾਂ ਚਿਰ ਮੇਰਾ ਖਿਆਲ ਨਹੀਂ ਪੰਜਾਬੀ ਦਾ ਕਲਿਆਣ ਹੋ ਸਕਦਾ, ਪੰਜਾਬੀ ਭਾਸ਼ਾ ਦਾ ਕਲਿਆਣ ਨਹੀਂ ਹੋ ਸਕਦਾ, ਸਾਡੀ ਪੰਜਾਬੀ ਕੌਮ ਦਾ ਜਿਹੜੇ ਕਿ ਬਾਰ-ਬਾਰ ਨਾਅਰੇ ਮਾਰੇ ਜਾਂਦੇ ਆ ਪੰਜਾਬੀਅਤ ਦੇ, ਉਹਦਾ ਕਲਿਆਣ ਕਦੇ ਵੀ ਨਹੀਂ ਹੋ ਸਕਦਾ ਜਿੰਨਾ ਚਿਰ ਪੰਜਾਬੀ ਆਪਣੀ ਭਾਸ਼ਾ ਨੂੰ ਨਹੀਂ ਸੰਭਾਲਦੇ ਔਰ ਇਹਦੀ ਤਰੱਕੀ ਨਹੀਂ ਕਰਦੇ। ਜੀ ਬਹੁਤ ਬਹੁਤ ਧੰਨਵਾਦ ਬਲਦੇਵ ਜੀ। ਆਖਰੀ ਮਿੰਟ ਦੇ ਵਿੱਚ ਸ਼ਿੰਦਰਪਾਲ ਜੀ, ਤੁਸੀਂ ਕੀ ਹੋਗਾ, ਕਿਉਂਕਿ ਯੂਨੈਸਕੋ ਨੇ ਇਹ ਦਿਨ ਜਿਹੜਾ ਹੈਗਾ ਇਹ ਦੁਨੀਆ ਦੇ ਮੋਹਰੇ ਰੱਖਿਆ ਹੈਗਾ ਕਿ ਮਨਾਇਆ ਜਾਵੇ, ਤੇ ਅੱਜ ਦਾ ਦਿਨ ਇਹ ਮਨਾਇਆ ਤਾਂ ਜਾਂਦਾ ਹੈਗਾ, ਤੇ ਤੁਸੀਂ ਆਖਰ ਦੇ ਵਿੱਚ ਕੀ ਕਹੋਗੇ? ਮੈਂ ਇਹੀ ਕਹਾਂਗਾ, ਜੋ 1948 ਤੋਂ ਲੈ ਕੇ 1952 ਤੱਕ ਬੰਗਾਲ ਦੇ ਲੋਕਾਂ ਨੇ ਕੀਤਾ, ਪੰਜਾਬੀਆਂ ਨੂੰ ਇਹੋ ਜਿਹਾ ਸੰਗਰਾਮ ਸ਼ੁਰੂ ਕਰਨਾ ਚਾਹੀਦਾ। ਕਈ ਲੋਕ ਕਹਿੰਦੇ ਨੇ ਇਹ ਰੁਜ਼ਗਾਰ ਦੀ ਭਾਸ਼ਾ ਨਹੀਂ, ਪਰ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਆਗੂਆਂ ਨੂੰ, ਜਿਹੜੇ ਢੀਠ ਆਗੂ ਨੇ ਜਾਂ ਉਹ ਸਰਵ ਵਪਾਰਕ ਮਾਈਂਡ ਵਾਲੇ ਬੰਦੇ ਹੈਗੇ ਆ, ਉਹਨਾਂ ਦਾ ਵਪਾਰਕ ਦਿਮਾਗ ਹੀ ਕੰਮ ਕਰਦਾ, ਉਹਨਾਂ ਨੂੰ ਜ਼ੋਰ ਪਾ ਕੇ ਕਿਹਾ ਜਾਣਾ ਚਾਹੀਦਾ। ਜੋ ਕਿਸਾਨ ਸੰਘਰਸ਼ ਹੁਣ ਸ਼ੁਰੂ ਹੋਇਆ ਸੀ, ਜਿਵੇਂ ਗੱਲ ਕਰਦੇ ਆ, ਜੋ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠਾ ਸੀ, ਇਹੋ ਜਿਹਾ ਪੰਜਾਬ ਦੇ ਵਿੱਚ ਸੰਘਰਸ਼ ਨਾ ਵੱਢਿਆ ਗਿਆ, ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਦਾ ਕੋਈ ਭਲਾ ਹੋਊਗਾ। ਇਹ ਮੇਰੇ ਨਿੱਜੀ ਵਿਚਾਰ ਹੋ ਸਕਦੇ ਆ, ਹੋ ਸਕਦਾ ਮੇਰੇ ਤੋਂ ਜਿਹੜੇ ਬਹੁਤ ਜ਼ਿਆਦਾ ਲੋਕ ਸਾਡੇ ਜ਼ਿਆਦਾ ਆਸ਼ਾਬੰਦ ਹੋਣ, ਪਰ ਮੈਂ ਕਹਾਂਗਾ ਇਹੋ ਜਿਹੀ ਚੇਤਨਤਾ ਪੰਜਾਬ 'ਚ ਪੈਦਾ ਕਰਨੀ ਚਾਹੀਦੀ ਆ, ਜਿਹੜੀ ਇੱਕ ਸੰਘਰਸ਼ ਬਣ ਸਕੇ, ਤਾਂ ਕਿ ਜਿੰਨਾ ਵੀ ਪ੍ਰਸ਼ਾਸਨ ਹੈ ਪੰਜਾਬ ਦਾ, ਉਹਨੂੰ ਥੋੜੀ ਜਿਹੀ ਸੋਝੀ ਆ ਸਕੇ। ਬਹੁਤ ਕੁਝ ਕਰਨ ਵਾਲਾ ਹੈ ਪੰਜਾਬੀ ਵਾਸਤੇ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਸ਼ਿੰਦਰਪਾਲ ਜੀ, ਬਲਦੇਵ ਜੀ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅੱਜ ਦੇ ਦਿਨ ਦੀ ਅਸੀਂ
ਬਹੁਤ-ਬਹੁਤ ਵਧਾਈ ਦਿੰਦੇ ਆ, ਤਾਂ ਪਰ ਜੋ ਇਹ ਸਵਾਲ ਖੜੇ ਕੀਤੇ ਹੈਗੇ ਆ, ਉਹਨਾਂ ਦਾ ਸਾਨੂੰ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿੱਖ ਚੈਨਲ ਦਾ ਅਸੀਂ ਹਮੇਸ਼ਾ ਧੰਨਵਾਦ ਕਰਦੇ ਹਾਂ ਔਰ ਕਰਦੇ ਰਹਾਂਗੇ। ਤੁਸੀਂ ਸਿੱਖ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਅਸੀਂ ਇਹ ਆਉਣ ਵਾਲੇ ਪ੍ਰੋਗਰਾਮ ਜਿਹੜੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰ ਦੇਣਾ। ਸ਼ਿੰਦਰਪਾਲ ਜੀ ਔਰ ਬਲਦੇਵ ਜੀ ਔਰ ਮੇਰੇ ਵੱਲੋਂ ਵਿਦਾਇਗੀ ਦੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।